ਐਸਜੀਪੀਸੀ ਮੈਂਬਰ ਨੇ ਜ਼ਿਆਦਾਤਰ ਸਿਆਸੀ ਪਾਰਟੀ ਨਾਲ ਜੁੜੇ ਆ ਅਕਾਲੀ ਦਲ ਦੇ ਨਾਲ। ਫਿਰ ਜੋ ਪਾਰਟੀ ਦਾ ਹੁਕਮ ਹੁੰਦਾ ਉਸ ਹਿਸਾਬ ਨਾਲ ਫਿਰ ਉਹੀ ਫੈਸਲੇ ਲੈਂਦੇ ਨੇ। 2015 ਤੋਂ ਜਿਹੜੀਆਂ ਦਾਸਤਾਨ ਸ਼ੁਰੂ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਰਗਾੜੀ ਵਿਖੇ ਇਹ ਸਾਰਾ ਕੁਝ ਬੇਅਦਬੀਆਂ ਹੁੰਦੀਆਂ ਨੇ। ਉਹਦੇ ਬਾਅਦ ਬਹਿਬਲ ਕਲਾ ਵਿਖੇ ਗੋਲੀकांड ਹੁੰਦਾ ਹੈ। ਹੁਣ ਇਹ ਸਾਰੀਆਂ ਘਟਨਾਵਾਂ ਦੇ ਬਾਅਦ ਪੰਥ ਦੇ ਵਿੱਚ ਇੱਕ ਹਾਹਾਕਾਰ ਮਚ ਜਾਂਦੀ ਹੈ, ਰੋਸ ਪੈਦਾ ਹੋ ਜਾਂਦਾ ਹੈ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਿਲਕੁਲ ਚੁੱਪੀ ਸਾਧ ਲੈਂਦੇ ਨੇ, ਮੌਨ ਧਾਰ ਲੈਂਦੇ ਨੇ। ਗੁਰਮੀਤ ਰਾਮ ਰਹੀਮ ਨੂੰ ਬਗੈਰ ਮੰਗਿਆ ਮਾਫੀ ਦੇ ਦਿੱਤੀ ਜਾਂਦੀ ਹੈ। ਉਹਦੇ ਬਾਅਦ ਉਹ ਮਾਫੀ ਵਾਪਸ ਵੀ ਲੈਤੀ ਜਾਂਦੀ ਹੈ, ਆਦੇਸ਼ ਵਾਪਸ ਲੈਤੇ ਜਾਂਦੇ ਨੇ। ਪੰਜਾਂ ਸਿੰਘਾਂ ਨੂੰ ਬਗੈਰ ਕਿਸੇ ਫਾਲਟ ਦੇ, ਬਗੈਰ ਕਿਸੇ ਨੁਕਸ ਦੇ ਇੱਕ ਨਵਾਂ ਇਤਿਹਾਸ ਸਿਰ ਦਿੱਤਾ ਕਿ ਜੀ ਪੰਜ ਪਿਆਰੇ ਵੀ ਡਿਸਮਿਸ ਹੋ ਸਕਦੇ ਨੇ। ਉਹ ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਜ ਪਿਆਰੇ ਵੀ ਕੋਈ ਡਿਸਮਿਸ ਕਰ ਸਕਿਆ? ਇਹਨਾਂ ਨੇ ਉਹ ਵੀ ਇਤਿਹਾਸ ਸਿਰ ਦਿੱਤਾ। ਪੰਥ ਜਿਹੜਾ ਹੈ ਵਰਲਾਪ ਕਰ ਰਿਹਾ, ਪੰਥ ਰੋ ਰਿਹਾ ਹੈ ਕਿ 328 ਸਰੂਪ ਕਿੱਥੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵਿਸ਼ਵਾਸਘਾਤ ਸਿੱਖਾਂ ਨਾਲ ਕੀਤਾ, ਉਸ ਵਿਸ਼ਵਾਸਘਾਤ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਜਿਹੜੇ ਨੇ ਉਹ ਭਾਈਵਾਲ ਨੇ। ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਇੰਨੀਆਂ ਬੋਰੀਆਂ ਖੰਡ ਦੀਆਂ, ਇੰਨੀਆਂ ਬੋਰੀਆਂ ਲੰਗਰ ਦੇ ਵਿੱਚੋਂ ਕਣਕ ਦੀਆਂ, ਇੰਨੇ ਭਾਂਡੇ ਤੇ ਇੰਨੀਆਂ ਇੱਟਾਂ ਤੇ ਇੰਨਾ ਸੀਮੈਂਟ ਚੋਰੀ ਹੋ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋ ਗਏ, ਜਿਹੜੀ ਕਿ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸਭ ਤੋਂ ਵੱਡੀ ਇਹ ਜ਼ਿੰਮੇਵਾਰੀ ਸੀ। ਇਹ ਬਾਦਲ ਨੇ ਵੀ ਚਲੇ ਜਾਣਾ ਇੱਕ ਦਿਨ, ਅਸੀਂ ਵੀ ਚਲੇ ਜਾਣਾ ਇੱਕ ਦਿਨ। ਸੋ ਗੁਰੂ ਦੇ ਨਾਲ ਸਾਂਝ ਪਾਉਣ ਦੀ ਲੋੜ ਹੈ। ਇਸ ਉਦੇਸ਼ ਨੂੰ ਲੈ ਕਰਕੇ ਅਸੀਂ ਚਿੱਠੀ ਲਿਖੀ। ਸਾਨੂੰ ਰੁਤਬੇ ਦੇਣ ਵਾਲਾ ਪ੍ਰਕਾਸ਼ ਸਿੰਘ ਬਾਦਲ ਨਹੀਂ ਹੈ, ਸੁਖਬੀਰ ਸਿੰਘ ਬਾਦਲ ਨਹੀਂ ਹੈ। ਸਾਨੂੰ ਰੁਤਬੇ ਦੇਣ ਵਾਲਾ ਗੁਰੂ ਰਾਮਦਾਸ ਹੈ। ਸਾਡਾ ਗੁਰੂ ਸਾਨੂੰ ਰੁਤਬੇ ਦੇਣ ਵਾਲਾ ਹੈ, ਮੈਂਬਰਸ਼ਿਪ ਦੇਣ ਵਾਲਾ ਜਿਹੜਾ ਹੈ ਗੁਰੂ ਹੈ। ਜਿਸ ਦਿਨ ਇਹ ਦਿਮਾਗ ਵਿੱਚ ਬੈਠ ਗਈ ਤੇ ਉਹ ਫਿਰ ਗੁਰੂ ਦਾ ਹੁਕਮ ਵਜਾਣਗੇ, ਉਹ ਪਾਰਟੀ ਦਾ ਹੁਕਮ ਨਹੀਂ ਵਜਾਣਗੇ। ਸਰਬੱਤ ਖਾਲਸਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਜੋ ਐਸਜੀਪੀਸੀ ਮੈਂਬਰ ਹਨ ਕਿ ਉਹਨਾਂ ਦੀ ਆਤਮਾ ਨੂੰ ਝੰਜੋੜਨ ਵਾਸਤੇ ਕਿ ਜੋ ਪਿਛਲੇ ਸਮੇਂ ਵਿੱਚ ਜੋ ਸਰੂਪ ਲਾਪਤਾ ਹੋਏ ਹਨ ਉਹਨਾਂ ਦੇ ਲਈ, ਉਹਨਾਂ ਨੂੰ ਲੱਭਣ ਦੇ ਲਈ ਐਸਜੀਪੀਸੀ ਦੇ ਐਗਜ਼ੈਕਟਿਵ ਨੂੰ ਜਾਂ ਪ੍ਰਧਾਨ ਨੂੰ ਕਹਿਣ ਜਾਂ ਇਸ ਦੇ ਉੱਪਰ ਸਹਿਯੋਗ ਕਾਰਵਾਈ ਕਰਨ। ਸਾਡੇ ਨਾਲ ਕਮੇਟੀ ਮੈਂਬਰ ਹਨ ਪ੍ਰੋਫੈਸਰ ਬਲਜਿੰਦਰ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ। ਬਲਜਿੰਦਰ ਸਾਹਿਬ, ਕਿਉਂ ਲੋੜ ਪਈ ਹੈ ਚਿੱਠੀ ਲਿਖਣ ਦੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਮਿਨੀ ਪਾਰਲੀਮੈਂਟ ਦੇ ਤੌਰ ਤੇ ਜਾਣੀ ਜਾਂਦੀ ਹੈ। ਔਰ ਇਸ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਅਤੇ ਇਹਨਾਂ ਦੇ ਅਫਸਰਾਂ ਦਾ, ਅਧਿਕਾਰੀਆਂ ਦਾ ਬਹੁਤ ਵੱਡਾ ਇੱਕ ਅਹਿਮ ਰੋਲ ਹੈਗਾ ਹੈ ਸਿੱਖ ਪੰਥ ਦੇ ਵਿੱਚ, ਕਿਉਂਕਿ ਇਹਦੇ ਉੱਤੇ ਵਰਤਮਾਨ ਦੇ ਵਿੱਚ ਸਾਰਾ ਦਾ ਸਾਰਾ ਗਲਬਾ ਜਿਹੜਾ ਹੈ, ਪਕੜ ਜਿਹੜੀ ਹੈ ਸਿਆਸੀ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਬਣ ਚੁੱਕੀ ਹੈ। ਉਹ ਲੰਬੇ ਸਮੇਂ ਤੋਂ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਅਤੇ ਮੈਂਬਰ ਕਾਰਜਸ਼ੀਲ ਨੇ। ਨਤੀਜਾ ਕੀ ਨਿਕਲਿਆ ਕਿ ਇਹ ਸਾਰੇ ਮੈਂਬਰ ਜਿਹੜੇ ਨੇ ਇਹ 2015 ਤੋਂ ਜਿਹੜੀਆਂ ਦਾਸਤਾਨ ਸ਼ੁਰੂ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਰਗਾੜੀ ਵਿਖੇ ਇਹ ਸਾਰਾ ਕੁਝ ਬੇਅਦਬੀਆਂ ਹੁੰਦੀਆਂ ਨੇ। ਉਹਦੇ ਬਾਅਦ ਬਹਿਬਲ ਕਲਾ ਵਿਖੇ ਗੋਲੀकांड ਹੁੰਦਾ ਹੈ। ਹੁਣ ਇਹ ਸਾਰੀਆਂ ਘਟਨਾਵਾਂ ਦੇ ਬਾਅਦ ਪੰਥ ਦੇ ਵਿੱਚ ਇੱਕ ਹਾਹਾਕਾਰ ਮਚ ਜਾਂਦੀ ਹੈ, ਰੋਸ ਪੈਦਾ ਹੋ ਜਾਂਦਾ ਹੈ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਿਲਕੁਲ ਚੁੱਪੀ ਸਾਧ ਲੈਂਦੇ ਨੇ, ਮੌਨ ਧਾਰ ਲੈਂਦੇ ਨੇ। ਉਹ ਪਹਿਲਾਂ ਸਿੱਖ ਨੇ, ਬਾਅਦ ਦੇ ਵਿੱਚ ਕਿਸੇ ਧੜੇ ਨਾਲ ਸੰਬੰਧਿਤ ਨੇ, ਲੇਕਿਨ ਉਹਨਾਂ ਨੇ ਆਪਣੇ ਫਰਜ਼ ਦੀ ਪਹਿਚਾਣ ਨਹੀਂ ਕੀਤੀ। ਇਸ ਦੇ ਚੱਲਦਿਆਂ ਅੱਗੇ ਗੁਰਮੀਤ ਰਾਮ ਰਹੀਮ ਨੂੰ ਬਗੈਰ ਮੰਗਿਆ ਮਾਫੀ ਦੇ ਦਿੱਤੀ ਜਾਂਦੀ ਹੈ। ਉਹਦੇ ਬਾਅਦ ਉਹ ਮਾਫੀ ਵਾਪਸ ਵੀ ਲੈਤੀ ਜਾਂਦੀ ਹੈ, ਆਦੇਸ਼ ਵਾਪਸ ਲੈਤੇ ਜਾਂਦੇ ਨੇ। ਪੰਜਾਂ ਸਿੰਘਾਂ ਨੂੰ ਬਗੈਰ ਕਿਸੇ ਫਾਲਟ ਦੇ, ਬਗੈਰ ਕਿਸੇ ਨੁਕਸ ਦੇ ਇੱਕ ਨਵਾਂ ਇਤਿਹਾਸ ਸਿਰ ਦਿੱਤਾ ਕਿ ਜੀ ਪੰਜ ਪਿਆਰੇ ਵੀ ਡਿਸਮਿਸ ਹੋ ਸਕਦੇ ਨੇ। ਉਹ ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਜ ਪਿਆਰੇ ਵੀ ਕੋਈ ਡਿਸਮਿਸ ਕਰ ਸਕਿਆ? ਇਹਨਾਂ ਨੇ ਉਹ ਵੀ ਇਤਿਹਾਸ ਸਿਰ ਦਿੱਤਾ। ਫਿਰ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਸੀਗੇ ਸਾਇਲੈਂਟ ਸੀਗੇ। ਇਸ ਤਰੀਕੇ ਨਾਲ ਇਹ ਘਟਨਾਵਾਂ ਵਾਪਰਦੀਆਂ ਰਹੀਆਂ। ਸ਼੍ਰੋਮਣੀ ਕਮੇਟੀ ਸਿੱਖ ਜਗਤ ਦੇ ਵਿੱਚ ਨਹੀਂ,
ਬਲਕਿ ਪੂਰੇ ਸੰਸਾਰ ਦੇ ਵਿੱਚ ਇਹ ਬਦਨਾਮ ਹੋਣ ਲੱਗ ਪਈ। ਹੁਣ ਤਾਂ ਬਿਲਕੁਲ ਇੰਤਹਾ ਹੋ ਗਈ ਕਿ ਜਦ ਇਹ ਗੱਲ ਸਾਹਮਣੇ ਆਈ ਕਿ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ 2016 ਦੇ ਵਿੱਚ ਅੱਗ ਲੱਗੀ ਤੇ 80 ਸਰੂਪ ਜਿਹੜੇ ਸੀਗੇ ਉਹ ਅਗਨਭੇਟ ਹੋ ਗਏ। ਉਸ ਦੇ ਬਾਅਦ ਜੇ ਸਾਰੀ ਗੱਲ ਅੱਗੇ ਤੁਰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਿਖ ਕੇ ਦਿੰਦੀ ਹੈ ਅਕਾਲ ਤਖਤ ਸਾਹਿਬ ਨੂੰ ਕਿ ਤੁਸੀਂ ਇਹਦੀ ਇਨਕੁਆਇਰੀ ਕਰਵਾਓ। ਇਨਕੁਆਇਰੀ ਵੀ ਹੋ ਗਈ, ਇਹ ਵੀ ਫੈਸਲਾ ਹੋ ਗਿਆ ਕਿ ਦੋਸ਼ੀਆਂ ਦੇ ਖਿਲਾਫ ਜਿਹੜੇ ਨੇ ਫੌਜਦਾਰੀ ਪਰਚੇ ਦਰਜ ਹੋਣਗੇ, ਲੇਕਿਨ ਬਾਅਦ ਦੇ ਵਿੱਚ ਉਹ ਯੂ ਟਰਨ ਲੈ ਲਿੱਤਾ ਜਾਂਦਾ ਹੈ। ਇਹ ਸਾਰਾ ਕੁਝ ਵਰਤਾਰਾ ਹੋ ਰਿਹਾ ਹੈ ਔਰ ਵਰਤਾਰੇ ਹੁੰਦੇ ਤੇ ਕੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰ ਜਿਨ੍ਹਾਂ ਵਿੱਚੋਂ ਬਹੁ ਗਿਣਤੀ ਜਿਹੜੀ ਹੈ ਬਾਦਲ ਨਾਲ ਸੰਬੰਧਿਤ ਹੈ, ਇਹ ਮੌਨ ਧਾਰ ਕੇ ਬੈਠੇ ਨੇ। ਪੰਥ ਜਿਹੜਾ ਹੈ ਵਰਲਾਪ ਕਰ ਰਿਹਾ, ਪੰਥ ਰੋ ਰਿਹਾ ਹੈ ਕਿ 328 ਸਰੂਪ ਕਿੱਥੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵਿਸ਼ਵਾਸਘਾਤ ਸਿੱਖਾਂ ਨਾਲ ਕੀਤਾ, ਉਸ ਵਿਸ਼ਵਾਸਘਾਤ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਜਿਹੜੇ ਨੇ ਉਹ ਭਾਈਵਾਲ ਨੇ। ਗੁਰੂ ਸਾਹਿਬ ਦਾ ਹੁਕਮ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਅਸੀਂ ਅੱਜ ਸਿੱਖ ਜਗਤ ਇੱਦਾਂ ਮਹਿਸੂਸ ਕਰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਵੀ ਲਾਪਤਾ ਹੋ ਗਏ। ਬਈ ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਇੰਨੀਆਂ ਬੋਰੀਆਂ ਖੰਡ ਦੀਆਂ, ਇੰਨੀਆਂ ਬੋਰੀਆਂ ਲੰਗਰ ਦੇ ਵਿੱਚੋਂ ਕਣਕ ਦੀਆਂ, ਇੰਨੇ ਭਾਂਡੇ ਤੇ ਇੰਨੀਆਂ ਇੱਟਾਂ ਤੇ ਇੰਨਾ ਸੀਮੈਂਟ ਚੋਰੀ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋ ਗਏ, ਜਿਹੜੀ ਕਿ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸਭ ਤੋਂ ਵੱਡੀ ਇਹ ਜ਼ਿੰਮੇਵਾਰੀ ਸੀਗੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਇਸ ਕੰਮ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਅਸਫਲ ਰਹੀ ਹੈ। ਜਦ ਸਿੱਖ ਜਥੇਬੰਦੀਆਂ ਨੇ ਮੋਰਚੇ ਵੀ ਲਾਤੇ, ਫਿਰ ਵੀ ਕੋਈ ਅਸਰ ਨਹੀਂ। ਸ਼੍ਰੀ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ, ਕਾਰਜਕਾਰੀ ਜਥੇਦਾਰ ਜਿਹੜੇ ਨੇ, ਉਹ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਵੀ ਆਪਣਾ ਰੁਖ ਬਾਦਲਾਂ ਦੇ ਪ੍ਰਤੀ ਨਰਮ ਵਾਲਾ ਰੱਖਿਆ, ਨਰਮੀ ਵਾਲਾ ਰੱਖਿਆ। ਉਹਨਾਂ ਨੇ ਕੋਈ ਵਧੀਆ ਫੈਸਲੇ ਨਹੀਂ ਦਿੱਤੇ। ਉਹ ਕਹਿ ਸਕਦੇ ਸੀਗੇ ਕਿ ਭਈ ਇਹ ਤੁਸੀਂ ਦੱਸੋ ਸਭ ਤੋਂ ਪਹਿਲਾਂ ਕਿ ਜਿਹੜਾ ਫੌਜਦਾਰੀ ਦਾ ਯੂ ਟਰਨ ਕੀਤਾ ਕਿਉਂ ਕੀਤਾ। ਉਹਨਾਂ ਨੂੰ ਕਹਿ ਸਕਦੇ ਸੀਗੇ ਕਿ ਤੁਸੀਂ ਇਹ ਫੌਜਦਾਰੀ ਕੇਸ ਰਜਿਸਟਰ ਕਰੋ, ਕਿਉਂਕਿ ਇਹ ਕ੍ਰਿਮੀਨਲਸ ਨੇ, ਇਹਨਾਂ ਦੇ ਉੱਤੇ 420 ਦਾ ਕੇਸ ਵੀ ਬਣਦਾ, 120 ਦਾ ਵੀ ਬਣਦਾ ਹੈ, ਇਹਨਾਂ ਉੱਤੇ 295 ਇਹਦਾ ਵੀ ਬਣਦਾ ਹੈ। ਇਹ ਫੌਜਦਾਰੀ ਕੇਸ ਬਣਦੇ ਨੇ ਇਹਨਾਂ 'ਤੇ। ਅਕਾਲ ਤਖਤ ਦੇ ਜਥੇਦਾਰ ਨੇ ਵੀ ਨਰਮੀ ਦਾ ਰੁਖ ਰੱਖਿਆ। ਸਾਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੂੰ ਜਦ ਦੇਖਿਆ ਕਿ ਭਈ ਮੋਰਚੇ ਵੀ ਲੱਗ ਗਏ, ਧਰਨੇ ਵੀ ਲੱਗ ਰਹੇ ਨੇ ਇਨਸਾਫ ਲੈਣ ਵਾਸਤੇ, ਤੇ ਅਸੀਂ ਸੋਚਿਆ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਕਿਉਂ ਨਾ ਇਹਨਾਂ ਨੂੰ ਗੁਰਬਾਣੀ ਦਾ ਆਧਾਰ ਬਣਾ ਕਰਕੇ ਅਤੇ ਸਿੱਖ ਇਤਿਹਾਸ ਦੇ ਵਿੱਚੋਂ ਹਵਾਲੇ ਦੇ ਕਰਕੇ ਕਿਉਂ ਨਾ ਇਹਨਾਂ ਦੀ ਆਤਮਾ ਨੂੰ ਝੰਜੋੜਿਆ ਜਾਵੇ। ਜਿਵੇਂ ਕਿ ਇਤਿਹਾਸ ਦੇ ਵਿੱਚ ਐਸੇ ਕਈ ਦ੍ਰਿਸ਼ਟਾਂਤ ਆਉਂਦੇ ਨੇ, ਜਿਸ ਵੇਲੇ ਕੋਈ ਵਿਅਕਤੀ ਕੋਈ ਕਮਜ਼ੋਰੀ ਵਿਖਾਉਂਦਾ ਨਾ, ਤਾਂ ਯਾਦ ਰੱਖਿਓ ਗੁਰਬਾਣੀ ਹੀ ਉਸ ਨੂੰ ਮਨੋਬਲ ਦਿੰਦੀ ਹੈ। ਅਸੀਂ ਇੱਕ ਚੌਕੀਦਾਰ ਦੇ ਰੂਪ ਵਿੱਚ, ਕੌਮ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ ਅਸੀਂ ਦੇਖਿਆ ਕਿ ਇਹ ਸਾਰਾ ਕੁਝ ਫੇਲ ਹੋ ਰਿਹਾ ਹੈ, ਤਾਂ ਅਸੀਂ ਕਿਹਾ ਕਿ ਬਜਟ ਇਜਲਾਸ ਜਿਹੜਾ 28 ਸਤੰਬਰ ਨੂੰ ਹੋ ਰਿਹਾ ਹੈ, ਉਸ ਬਜਟ ਇਜਲਾਸ ਦੇ ਵਿੱਚ ਅਸੀਂ ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਜਿਹੜਾ ਹੈ ਚਿੱਠੀਆਂ ਪਾ ਦਈਏ। ਅਸੀਂ ਅੱਜ ਉਹ ਚਿੱਠੀਆਂ ਸਾਰਿਆਂ ਨੂੰ ਪਾ ਰਹੇ ਹਾਂ। ਉਹਨਾਂ ਨੂੰ ਅੱਜ ਰਾਤ ਤੱਕ ਚਿੱਠੀਆਂ ਮਿਲ ਜਾਣਗੀਆਂ, ਕਿਉਂਕਿ ਅਸੀਂ WhatsApp ਦੇ ਰਾਹੀਂ ਉਹਨਾਂ ਨੂੰ ਚਿੱਠੀਆਂ ਭੇਜਣੀਆਂ ਨੇ। 27 ਤਰੀਕ ਨੂੰ ਉਹਨਾਂ ਨੂੰ ਇੱਕ ਮੌਕਾ ਮਿਲੇਗਾ ਸਵੈ ਪੜਚੋਲ ਕਰਨ ਦਾ, ਕਿਉਂਕਿ ਅਸੀਂ ਆਪਣੀ ਚਿੱਠੀ ਦੇ ਵਿੱਚ ਇਹ ਗੱਲ ਸਪਸ਼ਟ ਲਿਖੀ ਹੈ ਕਿ ਜਿਵੇਂ ਮਾਤਾ ਭਾਗ ਕੌਰ ਨੇ ਜਿਹੜਾ ਸੀਗਾ, ਇਹ ਭਾਈ ਮਹਾਂ ਸਿੰਘ ਅਤੇ 40 ਸਿੰਘਾਂ ਦੀ ਆਤਮਾ ਨੂੰ ਝੰਜੋੜਿਆ ਸੀਗਾ ਕਿ ਵੀ ਤੁਸੀਂ ਗੁਰੂ ਨੂੰ ਵਿਦਾਵਾ ਲੈ ਕੇ ਆਏ ਹੋ। ਅਸੀਂ ਇਹ ਦ੍ਰਿਸ਼ਟਾਂਤ ਵੀ ਆਪਣੀ ਚਿੱਠੀ ਵਿੱਚ ਲਿਖਿਆ ਹੈ। ਇਸੇ ਕਰਕੇ ਲਿਖਿਆ ਹੈ ਕਿ ਅਗਰ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੀ ਬੇਟੀ ਨੇ, ਇਹਨਾਂ ਦੀ ਮਾਂ ਨੇ, ਇਹਨਾਂ ਦੀ ਪਤਨੀ ਨੇ, ਇਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਅਗਰ ਉਹ ਚਿੱਠੀ ਪੜ੍ਹ ਲਈ, ਜੇ ਇੱਕ ਲੇਡੀ ਇਹਨਾਂ ਦੇ ਘਰ ਦੇ ਵਿੱਚੋਂ ਵੀ ਉਹਦੀ ਆਤਮਾ ਝੰਜੋੜੀ ਗਈ, ਤਾਂ ਉਹਨਾਂ ਨੂੰ ਕਹਿ ਸਕਦੀ ਹੈ ਕਿ ਬਈ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ। ਮਨੁੱਖਤਾ ਨੂੰ ਸੁਨੇਹਾ, ਸਾਂਝਾ ਸੁਨੇਹਾ ਦੇਣ ਵਾਲਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਤੋ ਇਸ ਕਰਕੇ ਇਹ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ, ਲਾਪਤਾ ਕੀਤੇ ਜਾ ਰਹੇ ਨੇ। ਸਿੱਖੀ ਨੂੰ ਕਮਜ਼ੋਰ ਕਰਨ ਦਾ ਇੱਕ ਤਰੀਕਾ ਹੈ,
ਇੱਕ ਵਿਉਂਤਬੰਦੀ ਹੈ, ਅਸੀਂ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਇਹ ਚਿੱਠੀ ਜਿਹੜੀ ਹੈ ਇੱਕ ਉਹਨਾਂ ਦੀ ਆਤਮਾ ਨੂੰ ਝੰਜੋੜਨ ਵਾਸਤੇ ਹੈ, ਤੇ ਅਸੀਂ ਕਰ ਦਈਏ, ਤੁਹਾਨੂੰ ਕਲੀਅਰ ਕਰ ਦਈਏ ਕਿ ਇਸ ਚਿੱਠੀ ਦੇ ਬਾਅਦ ਅਸੀਂ ਸ਼੍ਰੋਮਣੀ ਕਮੇਟੀ ਮੈਂਬਰ ਦੇ ਪਿੰਡਾਂ ਤੱਕ, ਸਰਪੰਚਾਂ ਤੱਕ, ਇਹਨਾਂ ਦੇ ਪੰਚਾਇਤਾਂ ਤੱਕ ਜਾ ਕਰਕੇ ਇਸ ਚੀਜ਼ ਨੂੰ ਲੈ ਕਰਕੇ ਮੁੱਦੇ ਨੂੰ ਲੈ ਕੇ ਜਾਵਾਂਗੇ। ਤੇ ਉਹਦੇ ਬਾਅਦ ਵੀ ਜੇਕਰ ਇਹਨਾਂ ਦੀ ਆਤਮਾ ਨਹੀਂ ਝੰਜੋੜੀ ਜਾਂਦੀ ਤੇ ਇਹਨਾਂ ਦੇ ਸੋਸ਼ਲ ਬਾਈਕਾਟ ਦਾ ਵੀ ਅਸੀਂ ਜਿਹੜਾ ਹੈ ਉਹ ਯਤਨ ਕਰਾਂਗੇ, ਆਦੇਸ਼ ਜਾਰੀ ਕਰਾਂਗੇ, ਅਪੀਲ ਜਾਰੀ ਕਰਾਂਗੇ। ਤੇ ਕਹਿਣ ਤੋਂ ਭਾਵ ਹੈਗਾ ਕਿ ਇਹ ਚਿੱਠੀ ਜਿਹੜੀ ਹੈ ਇੱਕ ਪੋਜ਼ਿਟਿਵ ਥਿੰਕਿੰਗ ਦੇ ਨਾਲ ਅਸੀਂ ਲਿਖੀ ਹੈ, ਇਹ ਸੋਚ ਕੇ ਲਿਖੀ ਹੈ, ਇਸ ਆਸ਼ਾ ਨਾਲ ਲਿਖੀ ਹੈ, ਇਸ ਉਮੀਦ ਨਾਲ ਲਿਖੀ ਹੈ ਕਿ ਕੁਛ ਨਾ ਕੁਛ ਮੈਂਬਰ ਜਿਹੜੇ ਨੇ ਇਹ ਚਿੱਠੀ ਪੜ੍ਹਨ ਦੇ ਬਾਅਦ ਉਹਨਾਂ ਦੀ ਅੰਦਰੋਂ ਆਤਮਾ ਕਹੇਗੀ ਕਿ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਾਡੀ ਵਫਾਦਾਰੀ ਬਣਦੀ ਹੈ, ਨਾ ਕਿ ਕਿਸੇ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਤੀ ਵਫਾਦਾਰੀ ਬਣਦੀ ਹੈ। ਸੋ ਸਾਡੀ ਵਫਾਦਾਰੀ ਜਿਹੜੀ ਹੈ ਉਹ ਖਾਲਸਾ ਪੰਥ ਦੀ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਹੋਣੀ ਚਾਹੀਦੀ ਹੈ। ਮਨੁੱਖ ਦੇ ਪ੍ਰਤੀ ਜਿਹੜੀ ਹੈ ਉਹ ਵਫਾਦਾਰੀ ਜਿਹੜੀ ਹੈ ਉਹ ਸਾਨੂੰ ਗੁਰੂ ਸਾਹਿਬ ਨਹੀਂ ਸਿਖਾ ਕੇ ਗਏ, ਕਿਉਂਕਿ ਮਨੁੱਖ ਦਾ ਜਿਹੜਾ ਬਿਨਸਰਹਾਰ ਹੈ ਉਹਨੇ ਚਲੇ ਜਾਣਾ ਹੈ, ਇਹ ਬਾਦਲ ਨੇ ਵੀ ਚਲੇ ਜਾਣਾ ਇੱਕ ਦਿਨ, ਅਸੀਂ ਵੀ ਚਲੇ ਜਾਣਾ ਇੱਕ ਦਿਨ। ਸੋ ਗੁਰੂ ਦੇ ਨਾਲ ਸਾਂਝ ਪਾਉਣ ਦੀ ਲੋੜ ਹੈ, ਇਸ ਉਦੇਸ਼ ਨੂੰ ਲੈ ਕਰਕੇ ਅਸੀਂ ਚਿੱਠੀ ਲਿਖੀ ਹੈ। ਤੁਹਾਨੂੰ ਲੱਗਦਾ ਕਿ ਜਿਹੜੇ ਐਸਜੀਪੀਸੀ ਮੈਂਬਰ ਹਨ ਜ਼ਿਆਦਾਤਰ ਸਿਆਸੀ ਪਾਰਟੀ ਨਾਲ ਜੁੜੇ ਹਨ, ਅਕਾਲੀ ਦਲ ਦੇ ਨਾਲ, ਫਿਰ ਜੋ ਪਾਰਟੀ ਦਾ ਹੁਕਮ ਹੁੰਦਾ ਉਸ ਸਾਹਮਣੇ ਫਿਰ ਉਹੀ ਫੈਸਲੇ ਲੈਂਦੇ ਨੇ? ਫਿਰ ਇੱਕ ਗੱਲ ਤੁਹਾਨੂੰ ਕਲੀਅਰ ਕਰਾਂ ਕਿ ਪਾਰਟੀ ਵੱਡੀ ਹੈ ਜਾਂ ਗੁਰੂ ਵੱਡਾ ਹੈ। ਪਾਰਟੀ ਗੁਰੂ ਨਹੀਂ ਬਣਾ ਸਕਦੀ, ਗੁਰੂ ਪਾਰਟੀਆਂ ਖੜੀ ਕਰ ਸਕਦਾ। ਇੱਕ ਦੇ ਬਾਅਦ ਇੱਕ ਪਾਰਟੀ ਖਤਮ ਹੋ ਗਈ, ਗੁਰੂ ਨੇ ਦੂਜੀ ਪਾਰਟੀ ਖੜੀ ਕਰ ਦੇਣੀ ਹੈ। ਇੱਕ ਲੀਡਰ ਖਤਮ ਹੋ ਗਿਆ, ਦੂਜਾ ਲੀਡਰ ਜੰਮ ਪੈਂਦਾ। ਸੋ ਪਾਰਟੀ ਦਾ ਆਦੇਸ਼ ਇਲਾਹੀ ਆਦੇਸ਼ ਨਹੀਂ ਹੈ, ਅਲੌਕਿਕ ਆਦੇਸ਼ ਨਹੀਂ ਹੈ, ਬ੍ਰਹਮੰਡੀ ਆਦੇਸ਼ ਨਹੀਂ ਹੈ, ਇੱਕ ਉਹ ਮਨੁੱਖ ਦਾ ਆਦੇਸ਼ ਹੈ। ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਗਈ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਸਾਨੂੰ ਦੇਣ ਵਾਲਾ, ਸਾਨੂੰ ਰੁਤਬੇ ਦੇਣ ਵਾਲਾ ਪ੍ਰਕਾਸ਼ ਸਿੰਘ ਬਾਦਲ ਨਹੀਂ ਹੈ, ਸੁਖਬੀਰ ਸਿੰਘ ਬਾਦਲ ਨਹੀਂ ਹੈ, ਸਾਨੂੰ ਰੁਤਬੇ ਦੇਣ ਵਾਲਾ ਗੁਰੂ ਰਾਮਦਾਸ ਹੈ। ਸਾਡਾ ਗੁਰੂ ਸਾਨੂੰ ਰੁਤਬੇ ਦੇਣ ਵਾਲਾ ਹੈ, ਮੈਂਬਰਸ਼ਿਪ ਦੇਣ ਵਾਲਾ ਜਿਹੜਾ ਹੈ ਗੁਰੂ ਹੈ। ਜਿਸ ਦਿਨ ਇਹ ਦਿਮਾਗ ਵਿੱਚ ਗੱਲ ਬੈਠ ਗਈ ਤੇ ਉਹ ਫਿਰ ਗੁਰੂ ਦਾ ਹੁਕਮ ਵਜਾਣਗੇ, ਉਹ ਪਾਰਟੀ ਦਾ ਹੁਕਮ ਨਹੀਂ ਵਜਾਣਗੇ। ਇਸ ਕਾਮਨਾ ਦੇ ਨਾਲ, ਇਸ ਉਮੀਦ ਦੇ ਨਾਲ ਅਸੀਂ ਇਹ ਚਿੱਠੀ ਜਿਹੜੀ ਹੈ ਉਹ ਜਾਰੀ ਕੀਤੀ ਹੈ। ਜੇ ਇਸ ਚੀਜ਼ ਨੂੰ ਪਹਿਲਾਂ ਹੀ ਮੰਨਦੇ ਕਿ ਇਲਾਹੀ ਹੁਕਮ ਨੂੰ ਮੰਨਦੇ ਹੁੰਦੇ ਤਾਂ ਫਿਰ ਤੁਹਾਨੂੰ ਲੱਗਦਾ ਕਿ ਇਹਨਾਂ ਕੁਝ ਬੇਦਬੀ ਜਾਂ ਸਰੂਪ ਲਾਭ ਤੱਕ ਹੋਣੇ ਸੀ ਜੇਕਰ ਉਹਨਾਂ ਵੱਲੋਂ ਕਾਰਵਾਈ ਪਹਿਲਾਂ ਕੀਤੀ ਜਾਂਦੀ? ਫਿਰ ਦੇਖੋ ਇੱਦਾਂ ਹੈ, ਮੈਂ ਇੱਕ ਟੀਚਰ ਹਾਂ ਔਰ ਮੈਂ ਟੀਚਰ ਦੇ ਨਾਤੇ ਇਹ ਗੱਲ ਕਹਿ ਸਕਦਾ ਆਪਣੇ ਤਜਰਬੇ 'ਚੋਂ ਕਿ ਬਹੁਤ ਸਾਰੇ ਵਿਦਿਆਰਥੀ ਸਾਡੇ ਕੋਲ ਆਉਂਦੇ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਕੁਝ ਹੋਰ ਨੈਗੇਟਿਵ ਥਿੰਕਿੰਗ ਹੁੰਦੀ ਹੈ। ਜਿਸ ਵੇਲੇ ਹੌਲੀ ਹੌਲੀ ਉਹਨਾਂ ਨੂੰ ਅਸੀਂ ਆਪਣੇ ਨਾਲ ਗਲਵਕੜੀ 'ਚ ਪਾਉਂਦੇ ਹਾਂ ਨਾ, ਗੱਲ ਕਰਦੇ ਹਾਂ, ਉਹ ਕਈ ਵਾਰੀ ਉਹਨਾਂ ਦੀ ਟਰਾਂਸਫਾਰਮੇਸ਼ਨ ਤੇ ਤਬਦੀਲੀਆਂ ਆਉਂਦੀਆਂ ਨੇ, ਉਹ ਨੈਗੇਟਿਵ ਥਿੰਕਿੰਗ ਤੋਂ ਪੋਜ਼ਿਟਿਵ ਥਿੰਕਿੰਗ 'ਚ ਆ ਜਾਂਦੇ ਨੇ। ਸੋ ਜ਼ਰੂਰੀ ਨਹੀਂ ਹੈ ਕਿ ਜਿਹੜਾ ਵਿਅਕਤੀ ਅੱਜ ਬਾਦਲਾਂ ਦੇ ਖੇਮੇ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਉਸ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਤੇ ਉਹ ਸਾਰੀ ਉਮਰ ਫਸਿਆ ਰਹੇਗਾ। ਹੋ ਸਕਦਾ ਹੈ ਕਿਸੇ ਨਿਮਰਤ ਤੇ ਗੁਰੂ ਦੀ ਕਿਰਪਾ ਹੋ ਜਾਏ, ਉਹ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲ ਆਏ, ਉਹਨੂੰ ਪਤਾ ਲੱਗ ਜਾਏ ਕਿ ਮੈਂ ਕੇਵਲ ਤੇ ਕੇਵਲ ਇਹਨਾਂ ਨੂੰ ਜਵਾਬ ਦੇ ਨਹੀਂ ਹੈਗਾ, ਕੱਲ੍ਹ ਨੂੰ ਮੈਂ ਜਵਾਬ ਦੇ ਆਪਣੇ ਗੁਰੂ ਨੂੰ ਵੀ ਹੈਗਾ ਹਾਂ। ਕਿਉਂਕਿ ਲੇਖਾ ਰੱਬ ਮੰਗੇਸੀਆ, ਰੱਬ ਨੇ ਲੇਖਾ ਮੰਗਣਾ ਹੈ, ਤੂੰ ਆਇਓ ਕਿਹੜੇ ਕੰਮ, ਉਹ ਰੱਬ ਨੇ ਮੰਗਣਾ। ਅੱਜ ਅਸੀਂ ਜਿਹੜੇ ਇਸ ਸਾਰੇ ਮੁਹਿੰਮ ਨੂੰ ਚਲਾਉਣ ਲਈ ਅਸੀਂ ਚਲਾ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਤਾਂ ਇਹ ਵੀ ਗੁਰੂ ਦੀ ਇੱਕ ਬਖਸ਼ਿਸ਼ ਹੈ, ਕਿਰਪਾ ਹੈਗੀ ਹੈ, ਜਿਹਦੇ ਕਰਕੇ ਸਾਡੀ ਡਿਊਟੀ ਲੱਗੀ ਹੈ। ਅਸੀਂ ਚੌਕੀਦਾਰ ਹਾਂ ਖਾਲਸਾ ਪੰਥ ਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ, ਅਸੀਂ ਪਹਿਰੇਦਾਰ ਹੈਗੇ ਹਾਂ। ਅਸੀਂ ਉਸ ਦਾ ਹੌਕਾ ਦੇ ਰਹੇ ਹਾਂ ਕਿ ਭਈ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਆਪਣਾ ਬੇਦਾਵਾ ਜਿਹੜਾ ਹੈ ਉਹ ਪਾੜ ਕੇ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਜਾਣ। ਤੇ ਬਾਦਲਾਂ ਦੀ ਕਿਸ਼ਤੀ ਤਾਂ ਜਿਹੜੀ ਹੈ ਸਿਆਸੀ ਕਿਸ਼ਤੀ ਡੁੱਬਦੀ ਪਈ ਹੈ, ਹੁਣ ਲੋੜ ਹੈ ਕਿ ਇਸ ਕਿਸ਼ਤੀ ਵਿੱਚੋਂ ਛਲਾਂਗ ਮਾਰ ਕੇ ਖਾਲਸਾ ਪੰਥ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਣ। ਕਹਿੰਦੇ ਨੇ ਕਿ ਹੁਣ ਜਿਹੜਾ ਜਿਸ ਤਰ੍ਹਾਂ ਮਾਹੌਲ ਹੋ ਗਿਆ, ਜਿਸ ਐਸਜੀਪੀਸੀ ਨੂੰ ਜਿਸ ਤਰ੍ਹਾਂ ਫੈਸਲੇ ਲਏ ਜਾ ਰਹੇ ਨੇ ਕਿ ਸਿੱਖ ਕੌਮ ਨੂੰ ਮੰਥਨ ਕਰਨਾ ਚਾਹੀਦਾ ਕਿ ਹੁਣ ਧਰਮ ਤੇ ਸਿਆਸਤ ਇਕੱਠੇ ਚੱਲਣੇ ਚਾਹੀਦੇ ਜਾਂ ਨਹੀਂ ਚਾਹੀਦੇ? ਦੇਖੋ, ਮੈਂ ਇੱਕ ਬੇਨਤੀ ਕਰਾਂ, ਧਰਮ ਤੇ ਸਿਆਸਤ ਚੇਤੇ ਰੱਖਿਓ ਕਿ ਇਹਨਾਂ ਦਾ ਇੱਕ ਇਨਸੈਪਰੇਬਲ ਰਿਲੇਸ਼ਨਸ਼ਿਪ ਹੈ। ਇਸ ਰਿਲੇਸ਼ਨਸ਼ਿਪ ਅਲੱਗ-ਅਲੱਗ ਨਹੀਂ ਹੋ ਸਕਦਾ। ਹਾਂ, ਸਾਨੂੰ ਸਮਝਣ ਦੀ ਲੋੜ ਇਹ ਹੈਗੀ ਹੈ ਕਿ ਧਰਮ ਦਾ ਕੁੰਡਾ ਹਮੇਸ਼ਾ ਸਿਆਸਤ ਦੇ ਉੱਤੇ ਹੁੰਦਾ ਹੈ। ਇਹ ਜਿਸ ਨੂੰ ਸਮਝ ਆ ਗਈ ਗੱਲ। ਹੁਣ ਕੀ ਹੈ?
ਇਸ ਵੇਲੇ ਸਿਆਸਤ ਦਾ ਕੁੰਡਾ ਧਰਮ ਤੇ ਹੈ। ਇਸੇ ਕਰਕੇ ਇਸ ਚਾਰੇ ਪਾਸੇ ਇਹ ਅਨਾਰਕੀ ਫੈਲੀ ਹੋਈ ਹੈ, ਅਰਾਜਕਤਾ ਫੈਲੀ ਹੋਈ ਹੈ, ਅਧਰਮ ਫੈਲਿਆ ਹੋਇਆ ਹੈ, ਕਿਉਂਕਿ ਸਿਆਸਤਦਾਨ ਜਿਹੜਾ ਹੈ ਉਹ ਮੁੱਢਲੇ ਤੌਰ ਤੇ ਅਧਰਮੀ ਹੈ। ਇਹ ਲੋਕ ਅਧਰਮੀ ਨੇ। ਇਸੇ ਕਰਕੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋ ਗਏ, ਇਸੇ ਕਰਕੇ ਤੇ ਬੇਅਦਬੀਆਂ ਹੋ ਰਹੀਆਂ ਨੇ, ਇਸੇ ਕਰਕੇ ਇਹਨਾਂ ਦੇ ਮਨ ਦੇ ਵਿੱਚੋਂ ਜਿਹੜਾ ਗੁਰੂ ਦਾ ਭੈ, ਰੱਬ ਦਾ ਭੈ ਨਿਕਲ ਚੁੱਕਿਆ ਹੈ। ਸੋ ਇਸ ਕਰਕੇ ਜਿਹੜਾ ਸਿਆਸਤ ਦਾ ਕੁੰਡਾ ਧਰਮ ਤੇ ਇਸ ਵੇਲੇ ਹੋਣਾ ਕੀ ਚਾਹੀਦਾ ਹੈ ਕਿ ਧਰਮ ਦਾ ਕੁੰਡਾ ਸਿਆਸਤ ਤੇ ਹੋਏਗਾ। ਜਿਸ ਵੇਲੇ ਉਹ ਚੀਜ਼ ਹੋਏਗੀ ਫਿਰ ਅਸੀਂ ਕਹਾਂਗੇ ਕਿ ਵਾਕਈ ਦੇ ਵਿੱਚ ਜਿਹੜਾ ਹੈ ਸਿਆਸਤ ਜਿਹੜੀ ਹੈ ਬਿਲਕੁਲ ਗੁਰੂ ਦੇ ਸਿਧਾਂਤ ਦੇ ਮੁਤਾਬਕ, ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇਹ ਸਿਆਸਤ ਚੱਲ ਰਹੀ ਹੈ। 28 ਤਰੀਕ ਨੂੰ ਜਿਹੜਾ ਬਜਟ ਇਜਲਾਸ ਹੋਣ ਜਾ ਰਿਹਾ, ਕੀ ਤੁਸੀਂ ਉੱਥੇ ਐਸਜੀਪੀਸੀ ਮੈਂਬਰਾਂ ਨੂੰ ਦੇ ਵਿਰੋਧ ਕਰੋਗੇ ਜਾਂ ਉਹਨਾਂ ਨੂੰ ਝੰਜੋੜੋਗੇ ਉੱਥੇ ਜਾ ਕੇ? ਦੇਖੋ, ਇੱਕ ਤਾਂ ਪਹਿਲੇ ਚਰਨ ਤੇ ਸਾਡੀ ਚਿੱਠੀਆਂ ਜਾ ਰਹੀਆਂ ਨੇ, ਅਸੀਂ ਇਹਦੇ ਬਾਅਦ ਉੱਥੇ ਵੀ ਮੈਂਬਰਾਂ ਨੂੰ ਸੰਪਰਕ ਕਰਾਂਗੇ। ਮੈਂਬਰਾਂ ਨੂੰ ਸੰਪਰਕ ਕਰਕੇ, ਕਿਉਂਕਿ ਉਸ ਦਿਨ ਸਾਨੂੰ ਲੱਗਦਾ ਹੈ ਕਿ ਲਾਅ ਐਂਡ ਆਰਡਰ ਦੀ ਵੀ ਪ੍ਰੋਬਲਮ ਹੋਏਗੀ। ਪ੍ਰਸ਼ਾਸਨ ਨੇ ਹਰ ਮੈਂਬਰ ਦੀ ਹਿਫਾਜ਼ਤ ਵਾਸਤੇ ਕਿਸੇ ਨੂੰ ਵੀ ਉਹਦੇ ਲਾਗੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ। ਇਹ ਸਾਰਾ ਕੁਝ ਕਿਉਂਕਿ ਧਰਨੇ ਜਿਹੜੇ ਦੇ ਰਹੇ ਨੇ, ਜਥੇਬੰਦੀਆਂ ਕੁਝ ਧਰਨੇ ਦੇ ਰਹੀਆਂ ਨੇ, ਕੁਝ ਜਥੇਬੰਦੀਆਂ ਮੋਰਚੇ ਤੇ ਬੈਠੀਆਂ ਨੇ, ਇਹਨਾਂ ਸਾਰਿਆਂ ਨੇ ਘਿਰਾਓ ਕਰਨਾ ਹੈ। ਸੋ ਪ੍ਰਸ਼ਾਸਨ ਨੇ ਹੋ ਸਕਦਾ ਹੈ ਕਿ ਧਰਨਾ ਦੇਣ ਵਾਲੀਆਂ ਜਥੇਬੰਦੀਆਂ ਅਤੇ ਜਿਹੜੇ ਮੋਰਚੇ ਤੇ ਬੈਠੇ ਜਥੇਬੰਦੀਆਂ ਨੇ ਉਹਨਾਂ ਨੂੰ ਮੈਂਬਰਾਂ ਤੱਕ ਪਹੁੰਚ ਨਾ ਹੋਣ ਦੇਣ। ਸੋ ਜਿੱਥੇ ਤੱਕ ਹੋ ਸਕਿਆ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਕਿ ਮੈਂਬਰਾਂ ਤੱਕ ਸੰਪਰਕ ਵੀ ਕਰਾਂਗੇ। ਇਹ ਜਿਹੜੀ ਚਿੱਠੀ ਸਾਡੇ ਕੋਲ ਉਹਨਾਂ ਕੋਲ ਪਹੁੰਚ ਜਾਣੀ ਹੈ ਅੱਜ ਰਾਤ ਤੱਕ, ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਫਿਰ ਪ੍ਰੇਰਿਤ ਕਰਾਂਗੇ ਕਿ ਤੁਸੀਂ ਆਪਣੇ ਫਰਜ਼ ਦੀ ਪਹਿਚਾਣ ਕਰੋ। ਸਾਨੂੰ ਪੂਰਨ ਉਮੀਦ ਹੈ ਕਿ ਸਾਡਾ ਇਹਦੇ ਵਿੱਚ ਨਾ ਕੋਈ ਸਿਆਸੀ ਮਾਈਲੇਜ ਨਹੀਂ ਸੀ ਲੈਣਾ ਚਾਹੁੰਦੇ। ਕਿਉਂ? ਉਹਦਾ ਕਾਰਨ ਹੈ ਕਿ ਸਿਆਸੀ ਮਾਈਲੇਜ ਲੈ ਕੇ ਚੱਲਾਂਗੇ ਨਾ ਤੇ ਫਿਰ ਸਫਲਤਾ ਨਹੀਂ ਮਿਲੇਗੀ, ਫਿਰ ਸਫਲਤਾ ਨਹੀਂ ਮਿਲੇਗੀ। ਇਸ ਚਿੱਠੀ ਨੂੰ ਆਧਾਰ ਬਣਾ ਕਰਕੇ ਅਗਰ ਉਹ ਖਾਲਸਾ ਪੰਥ ਦੇ ਮੁੱਖ ਧਾਰਾ ਵਿੱਚ ਕੁਝ ਬੰਦੇ ਵੀ ਸ਼ਾਮਲ ਹੋ ਜਾਂਦੇ ਹਨ, ਅਸੀਂ ਸਮਝਦੇ ਹਾਂ ਕਿ ਬਈ ਇਸ ਚਿੱਠੀ ਦਾ ਫਾਇਦਾ ਹੋ ਗਿਆ, ਇਸ ਚਿੱਠੀ ਦਾ ਕੌਮ ਨੂੰ ਲਾਭ ਮਿਲ ਗਿਆ। ਸੋ ਇਹ ਅਵਸ਼ ਕੁਛ ਨਾ ਕੁਛ ਮੈਂਬਰ ਜਿਹੜੇ ਨੇ ਇਸ ਤੋਂ ਜ਼ਰੂਰ ਪ੍ਰੇਰਿਤ ਹੋਣਗੇ। ਸਾਨੂੰ ਪੂਰਾ ਭਰੋਸਾ ਹੈ ਅਕਾਲ ਪੁਰਖ ਦੇ ਉੱਤੇ। ਖਾਲਸਾ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਉਹ ਉਹਨਾਂ ਦਾ ਵਿਰੋਧ ਕਰਨਗੇ ਜਾਂ ਉਹਨਾਂ ਨੂੰ ਸਮਝਾਉਣਗੇ ਕਿ ਅੰਦਰ ਜਾ ਕੇ ਉੱਥੇ ਉਹ ਜਿਹੜੇ ਲਾਪਤਾ ਸਰੂਪ ਉਹਨਾਂ ਬਾਰੇ ਗੱਲ ਕਰਨਾ, ਕਿ ਤੁਹਾਨੂੰ ਲੱਗਦਾ ਕਿ ਟਕਰਾਅ ਦੀ ਸਥਿਤੀ ਬਣ ਸਕਦੀ ਉਸ ਦਿਨ? ਦੇਖੋ, ਉਸ ਦਿਨ ਸਾਨੂੰ ਟਕਰਾਅ ਦੀ ਸਥਿਤੀ ਨਹੀਂ ਬਣਾਉਣੀ ਚਾਹੀਦੀ, ਕਿਉਂਕਿ ਤੁਸੀਂ ਦੇਖੋ 15 ਜਾਂ 16 ਦੀ ਸਵੇਰ ਨੂੰ, ਸੈਪਟੈਂਬਰ ਦੀ ਸਵੇਰ ਨੂੰ, ਜਦ ਟਾਸਕ ਫੋਰਸ ਵਾਲਿਆਂ ਨੇ ਆ ਕਰਕੇ ਉੱਥੇ ਬੈਠੀਆਂ ਸੰਗਤਾਂ ਦੇ ਉੱਤੇ ਜਿਸ ਵੇਲੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ, ਗੁੰਡਾਗਰਦੀ ਕੀਤੀ, ਉਹਦੇ ਵਿੱਚ ਪੱਗਾਂ ਵੀ ਲੱਥੀਆਂ, ਨਿਹੰਗ ਸਿੰਘਾਂ ਦੇ ਦੁਮਾਲੇ ਵੀ ਲੱਥੇ, ਜ਼ਖਮੀ ਵੀ ਹੋਇਆ ਨਿਹੰਗ ਸਿੰਘ। ਸੋ ਇਹਦੇ ਨਾਲ ਕੌਮ ਦੀ ਬਦਨਾਮੀ ਹੁੰਦੀ ਹੈ। ਸੋ ਇਸ ਟਕਰਾਅ ਦੀ ਸਥਿਤੀ ਨੂੰ ਸਾਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਵਿਸ਼ੇਸ਼ ਤੌਰ ਤੇ ਵੈਸੇ ਤਾਂ ਹਰ ਥਾਂ ਤੇ ਸਿੱਖਾਂ ਨੂੰ ਟਕਰਾਅ ਦੀ ਸਥਿਤੀ ਤੋਂ ਅਵੋਇਡ ਕਰਨਾ ਚਾਹੀਦਾ ਹੈ, ਲੇਕਿਨ ਵਿਸ਼ੇਸ਼ ਤੌਰ ਤੇ ਜਦ ਅਸੀਂ ਹਰਿਮੰਦਰ ਸਾਹਿਬ ਦੀ ਪਰਿਸਰ ਦੇ ਵਿੱਚ ਹੈਗੇ ਹਾਂ, ਕੰਪਲੈਕਸ ਵਿੱਚ ਹੈਗੇ ਹਾਂ, ਇਹ ਟਕਰਾਅ ਦੀ ਸਥਿਤੀ ਨਹੀਂ ਹੋਣੀ ਚਾਹੀਦੀ। ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ, ਸ਼੍ਰੋਮਣੀ ਕਮੇਟੀ ਨੂੰ ਵੀ ਕਹਾਂਗੇ, ਮੈਂਬਰਾਂ ਨੂੰ ਵੀ ਕਹਾਂਗੇ, ਟਾਸਕ ਫੋਰਸ ਨੂੰ ਵੀ ਕਹਾਂਗੇ, ਧਰਨਾ ਦੇਣ ਵਾਲੀਆਂ ਜਥੇਬੰਦੀਆਂ ਨੂੰ ਕਹਾਂਗਾ ਤੇ ਮੋਰਚਾ ਤੇ ਬੈਠੇ ਜੰਗਤ ਕਿ ਸਾਨੂੰ ਟਕਰਾਅ ਦੀ ਸਥਿਤੀ ਨਹੀਂ ਅਡਾਪਟ ਕਰਨੀ ਚਾਹੀਦੀ। ਇਹਦੇ ਨਾਲ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਕੰਪਲੈਕਸ ਹੈ ਉਹ ਬਦਨਾਮੀ ਹੁੰਦੀ ਹੈ। ਪ੍ਰੋਫੈਸਰ ਬਲਜਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਚਿੱਠੀ ਦਾ ਲਿਖਣ ਦਾ ਮਕਸਦ ਇਹੀ ਹੈ ਕਿ ਉਹ ਐਸਜੀਪੀਸੀ ਜੋ ਮੈਂਬਰ ਹਨ ਆਪਣੀ ਆਤਮਾ ਨੂੰ ਝੰਜੋੜਨ ਅਤੇ ਜੋ ਪੰਥਕ ਹਿੱਤਾਂ ਦੇ ਫੈਸਲੇ ਹੈ ਉਹਨਾਂ ਦੇ ਉਹ ਲਏ ਜਾਣ। ਨਾਲੇ ਉਹਨਾਂ ਨੇ ਵੀ ਜਥੇਬੰਦੀਆਂ ਨੂੰ ਕਿਹਾ ਕਿ 28 ਤਰੀਕ ਨੂੰ ਬਜਟ ਇਜਲਾਸ ਵਾਲੇ ਦਿਨ ਟਕਰਾਅ ਦੀ ਸਥਿਤੀ ਨਹੀਂ ਪੈਦਾ ਹੋਣ ਦਿੱਤੀ ਜਾਣੀ ਚਾਹੀਦੀ, ਤਾਂ ਕਿ ਜੋ ਅਕਸ ਹੈ ਉਹ ਜਥੇਬੰਦੀਆਂ ਦੇ ਐਸਜੀਪੀਸੀ ਉਹ ਨਾ ਖਰਾਬ ਹੋਏ। ਕੈਮਰਾਮੈਨ ਪ੍ਰਦੀਪ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।